ਵੈਲਕਮ ਇਨ ਟੂਡੇਜ਼ ਕਲਾਸ। ਬੇਟੇ ਅੱਜ ਆਪਾਂ 10th ਚੈਪਟਰ ਰੀਡ ਕਰਾਂਗੇ ਜੋ ਹੈ ਕੋਲੰਬਸ ਦੀ ਖੋਜ। ਠੀਕ ਹੈ, ਕੋਲੰਬਸ ਨਾਮ ਦਾ ਇੱਕ ਵਿਅਕਤੀ ਹੈ ਤਾਂ ਉਸ ਦੇ ਬਾਰੇ ਲੈਸਨ ਹੈ ਕਿ ਉਸਨੇ ਕਿਸ ਚੀਜ਼ ਦੀ ਖੋਜ ਕੀਤੀ ਸੀ। ਸਭ ਤੋਂ ਪਹਿਲਾਂ ਭੂਮਿਕਾ ਦੇਖੋ। ਇਸ ਪਾਠ ਵਿੱਚ ਕੋਲੰਬਸ ਰਾਹੀਂ ਕੀਤੀ ਖੋਜ ਬਾਰੇ ਦੱਸਿਆ ਗਿਆ ਹੈ। ਠੀਕ ਹੈ, ਉਸਨੇ ਕਿਸ ਚੀਜ਼ ਦੀ ਖੋਜ ਕੀਤੀ। ਉਦੇਸ਼, ਇਸ ਪਾਠ ਦਾ ਉਦੇਸ਼ ਬੱਚਿਆਂ ਨੂੰ ਇਹ ਦੱਸਣਾ ਹੈ ਕਿ ਸਾਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ। ਠੀਕ ਹੈ, ਵੀ ਸਾਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ। ਠੀਕ ਹੈ, ਕੋਈ ਵੀ ਕੰਮ ਕਰਨ ਲੱਗਿਆ, ਕੋਈ ਵੀ ਮੁਸ਼ਕਿਲ ਆਵੇ, ਮੁਸੀਬਤ ਆਵੇ, ਔਕੜ ਆਵੇ ਤਾਂ ਕਦੇ ਵੀ ਕੋਈ ਹਿੰਮਤ ਨਹੀਂ ਹਾਰਨੀ ਚਾਹੀਦੀ। ਕੋਲੰਬਸ ਉਸ ਮਹਾਨ ਨਿਡਰ ਅਤੇ ਬਹਾਦਰ ਖੋਜੀ ਦਾ ਨਾਂ ਹੈ ਜਿਸ ਨੇ ਅਮਰੀਕਾ ਦੀ ਖੋਜ ਕੀਤੀ ਸੀ। ਠੀਕ ਹੈ, ਕੋਲੰਬਸ ਇੱਕ ਮਹਾਨ ਨਿਡਰ, ਠੀਕ ਹੈ, ਨਿਡਰ ਹੁੰਦਾ ਵੀ ਜਿਹੜਾ ਮਤਲਬ ਕਿਸੇ ਵੀ ਚੀਜ਼ ਤੋਂ ਨਾ ਡਰਦਾ ਹੋਵੇ। ਠੀਕ ਹੈ, ਬੇਡਰ ਹੋਵੇ, ਮਤਲਬ ਜਿਹਦੇ ਵਿੱਚ ਪੂਰਾ ਬਲ ਹੋਵੇ ਕਿਸੇ ਕੰਮ ਨੂੰ ਕਰਨ ਦਾ। ਠੀਕ ਹੈ, ਤਾਂ ਕਹਿੰਦੇ ਵੀ ਉਸ ਬਹਾਦਰ ਖੋਜੀ ਦਾ ਨਾਂ ਹੈ, ਠੀਕ ਹੈ, ਕੋਲੰਬਸ। ਤਾਂ ਉਸਨੇ ਕਿਸ ਦੀ ਖੋਜ ਕੀਤੀ ਸੀ? ਅਮਰੀਕਾ ਦੀ। ਠੀਕ ਹੈ, ਅਮਰੀਕਾ ਦੀ ਖੋਜ ਕੀਤੀ ਸੀ। ਅੱਜ ਇਹ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੈ। ਠੀਕ ਹੈ, ਅੱਜ ਦਾ ਇਹ ਦੇਸ਼ ਕੀ ਹੈ? ਸਭ ਤੋਂ ਵੱਡੀ ਸ਼ਕਤੀ ਹੈ। ਠੀਕ ਹੈ, ਵੱਡੀ ਤਾਕਤ ਹੈ। ਅਸਲ ਵਿੱਚ ਕੋਲੰਬਸ ਭਾਰਤ ਦੀ ਖੋਜ ਕਰਨ ਨਿਕਲਿਆ ਸੀ, ਪਰ ਉਹ ਅਮਰੀਕਾ ਦੀ ਧਰਤੀ 'ਤੇ ਜਾ ਪੁੱਜਿਆ। ਉਹਨਾਂ ਦਿਨਾਂ ਵਿੱਚ ਸਮੁੰਦਰੀ ਯਾਤਰਾ ਕਰਨ ਦੇ ਬਹੁਤ ਸਾਧਨ ਨਹੀਂ ਸਨ। ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਸਮੁੰਦਰੀ ਯਾਤਰਾ ਕੀਤੀ ਜਾਂਦੀ ਸੀ। ਉਹ ਇੱਕ ਨਿਡਰ ਅਤੇ ਬਹਾਦਰ ਮਲਾਹ ਸੀ। ਤਾਂ ਦੇਖੋ ਬੇਟਾ, ਕੋਲੰਬਸ ਕੀ ਸੀ? ਭਾਰਤ ਦੀ ਖੋਜ ਕਰਨ ਦੇ ਵਿੱਚ ਨਿਕਲਿਆ ਸੀ, ਪਰ ਕੀ ਆ ਉਹ ਕਿੱਥੇ ਪਹੁੰਚ ਗਿਆ ਸੀ? ਅਮਰੀਕਾ ਦੇ ਵਿੱਚ। ਠੀਕ ਹੈ, ਅਮਰੀਕਾ ਦੇ ਧਰਤੀ 'ਤੇ ਜਾ ਪਹੁੰਚਿਆ ਅਤੇ ਉਸ ਸਮੇਂ ਕੀ ਸੀ? ਸਮੁੰਦਰੀ ਯਾਤਰਾ ਮਤਲਬ ਹੁੰਦੀ ਹੈ ਸਮੁੰਦਰ ਦੇ ਰਾਹੀਂ ਜੋ ਜਾਣਾ। ਠੀਕ ਹੈ, ਸਮੁੰਦਰੀ ਯਾਤਰਾ, ਸਫ਼ਰ ਕਰਨਾ, ਸਮੁੰਦਰ ਦੇ ਵਿੱਚ ਦੀ ਜਾਣਾ। ਠੀਕ ਹੈ, ਸਮੁੰਦਰੀ ਜਹਾਜ਼ ਵਗੈਰਾ ਜਿਵੇਂ ਹੁੰਦੇ ਲੈ ਕੇ ਜਾਂਦੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ। ਕਹਿੰਦੇ ਵੀ ਕੋਈ ਮਤਲਬ ਸਾਧਨ ਵੀ ਨਹੀਂ ਸੀ ਇੱਦਾਂ ਦੇ। ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਉਹਨੇ ਕੀ ਸਮੁੰਦਰੀ ਯਾਤਰਾ ਕੀਤੀ ਅਤੇ ਉਹ ਇੱਕ ਕਿਸੇ ਨਿਡਰ ਅਤੇ ਬਹਾਦਰ ਮਲਾਹ ਸੀ। ਨਿਡਰ ਹੁੰਦਾ ਬੇਟਾ ਉਹੀ ਬੇਡਰ, ਠੀਕ ਹੈ, ਜੋ ਡਰਦਾ ਨਾ ਹੋਵੇ, ਅਤੇ ਮਲਾਹ ਹੁੰਦਾ ਹੈ ਜਹਾਜ਼ ਚਲਾਉਣ ਵਾਲਾ ਜਾਂ ਕਿਸ਼ਤੀ ਚਲਾਉਣ ਵਾਲਾ। ਠੀਕ ਹੈ, ਉਸ ਤੋਂ ਅੱਗੇ ਦੇਖੋ, ਕੋਲੰਬਸ ਦਾ ਜਨਮ ਇਟਲੀ ਦੀ ਬੰਦਰਗਾਹ ਜਨੇਵਾ ਵਿੱਚ ਹੋਇਆ। ਠੀਕ ਹੈ, ਕਿੱਥੇ ਹੋਇਆ ਸੀ? ਇਟਲੀ ਦੀ ਬੰਦਰਗਾਹ ਜਨੇਵਾ ਵਿੱਚ। ਉਸ ਦਾ ਪਿਤਾ ਕੱਪੜੇ ਬੁਣਨ ਦਾ ਕੰਮ ਕਰਦਾ ਸੀ। ਕੀ ਕੰਮ ਕਰਦਾ ਸੀ ਪਿਤਾ? ਕੱਪੜੇ ਬੁਣਨ ਦਾ। ਕੋਲੰਬਸ ਨੂੰ ਇਹ ਕਿੱਤਾ ਪਸੰਦ ਨਹੀਂ ਸੀ। ਉਹ ਇੱਕ ਸਫਲ ਮਲਾਹ ਬਣਨਾ ਚਾਹੁੰਦਾ ਸੀ। ਠੀਕ ਹੈ, ਉਸ ਨੂੰ ਇਹ ਕਿੱਤਾ ਮਤਲਬ ਕੰਮ ਪਸੰਦ ਨਹੀਂ ਸੀ। ਉਹ ਇੱਕ ਸਫਲ ਮਲਾਹ ਬਣਨਾ ਚਾਹੁੰਦਾ ਸੀ। ਉਹ ਬਚਪਨ ਤੋਂ ਹੀ ਸਮੁੰਦਰ ਦੀਆਂ ਲਹਿਰਾਂ ਨਾਲ ਖੇਡਾਂ ਖੇਡਦਾ ਰਹਿੰਦਾ ਸੀ। ਜਨੇਵਾ ਦੀ ਬੰਦਰਗਾਹ ਉੱਤੇ ਕਈ ਦੇਸ਼ਾਂ ਤੋਂ ਜਹਾਜ਼ ਆਉਂਦੇ ਸਨ। ਜਦੋਂ ਉਸਨੇ ਲੋਕਾਂ ਕੋਲੋਂ ਇਹ ਸੁਣਿਆ ਕਿ ਭਾਰਤ ਦਾ ਨਾਂ ਇੱਕ ਅਮੀਰ ਦੇਸ਼ ਹੈ, ਠੀਕ ਹੈ, ਤਾਂ ਉਹ ਕਿਸੇ ਛੋਟੇ ਹੁੰਦਿਆਂ ਹੀ ਉਹਦਾ ਮਤਲਬ ਇਹ ਸੀਗਾ ਕਿ ਉਹ ਸਮੁੰਦਰ ਦੀਆਂ ਲਹਿਰਾਂ ਨਾਲ ਖੇਡਦਾ। ਠੀਕ ਹੈ, ਸਮੁੰਦਰ ਦੇ ਕਿਨਾਰੇ ਚਲਾ ਜਾਂਦਾ ਤਾਂ ਉੱਥੇ ਖੇਡਦਾ ਰਹਿੰਦਾ। ਅਤੇ ਜਨੇਵਾ ਦੀ ਜੋ ਬੰਦਰਗਾਹ 'ਤੇ ਕਈ ਦੇਸ਼ਾਂ ਤੋਂ ਜਹਾਜ਼ ਆਉਂਦੇ ਸੀ। ਬੰਦਰਗਾਹ ਹੁੰਦੀ ਬੇਟਾ ਜਿੱਥੇ ਮਤਲਬ ਸਮੁੰਦਰੀ ਜਹਾਜ਼ ਰੁਕਦੇ ਨੇ। ਠੀਕ ਹੈ, ਉਹਨੂੰ ਬੰਦਰਗਾਹ ਕਿਹਾ ਜਾਂਦਾ ਹੈ। ਤਾਂ ਉੱਥੇ ਕੀ ਸੀ? ਬਹੁਤ ਮਤਲਬ ਕਈ ਦੇਸ਼ਾਂ ਤੋਂ ਜਹਾਜ਼ ਆਉਂਦੇ ਸੀਗੇ। ਅਤੇ ਜਦੋਂ ਉਸਨੇ ਲੋਕਾਂ ਕੋਲੋਂ ਇਹ ਸੁਣਿਆ ਕਿ ਭਾਰਤ ਦਾ ਨਾਂ ਕੀ ਹੈ? ਇੱਕ ਅਮੀਰੀ ਦੇਸ਼ ਹੈ। ਠੀਕ ਹੈ, ਵੀ ਭਾਰਤ ਬਹੁਤ ਅਮੀਰ ਦੇਸ਼ ਹੈ ਜਿਸ ਨੂੰ ਸੋਨੇ ਦੀ ਚਿੜੀ ਵੀ ਕਿਹਾ ਜਾਂਦਾ ਹੈ। ਠੀਕ ਹੈ, ਭਾਰਤ ਅਮੀਰ ਹੋਣ ਦੇ ਕਰਕੇ ਕੀ ਇਸ ਨੂੰ ਕੀ ਕਿਹਾ ਜਾਂਦਾ ਸੀ? ਸੋਨੇ ਦੀ ਚਿੜੀ, ਮਤਲਬ ਬਹੁਤ ਅਮੀਰ ਦੇਸ਼ ਹੈ। ਠੀਕ ਹੈ, ਜਿਸ ਕਰਕੇ ਉਸਨੇ ਭਾਰਤ ਨੂੰ ਵੇਖਣਾ ਚਾਹਿਆ। ਉਸ ਨੂੰ ਯੂਰਪ ਤੋਂ ਭਾਰਤ ਆਉਣ ਦਾ ਰਸਤਾ ਪਤਾ ਨਹੀਂ ਸੀ। ਠੀਕ ਹੈ, ਤਾਂ ਉਹ ਮਤਲਬ ਉਹਨੇ ਸੋਚਿਆ ਵੀ ਮੈਂ ਭਾਰਤ ਨੂੰ ਵੇਖਾਂ ਜਾ ਕੇ ਵੀ ਕਿਵੇਂ ਅਮੀਰ ਹੈ, ਕਿੱਦਾਂ ਅਮੀਰ ਹੈ। ਠੀਕ ਹੈ, ਤਾਂ ਉਹਨੂੰ ਕੀ ਸੀਗਾ? ਉਸ ਨੂੰ ਯੂਰਪ ਤੋਂ ਭਾਰਤ ਆਉਣ ਦਾ ਰਸਤਾ ਨਹੀਂ ਸੀ ਪਤਾ। ਉਹ ਹਮੇਸ਼ਾ ਭਾਰਤ ਆਉਣ ਦੇ ਸੁਪਨੇ ਦੇਖਦਾ ਸੀ। 14 ਸਾਲ ਦੀ ਉਮਰ ਵਿੱਚ ਉਸਨੇ ਪਹਿਲੀ ਵਾਰ ਸਮੁੰਦਰੀ ਯਾਤਰਾ ਕੀਤੀ। ਇਸ ਯਾਤਰਾ ਪਿੱਛੋਂ ਕੋਲੰਬਸ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ। ਹੁਣ ਉਹ ਇੱਕ ਜਹਾਜ਼ 'ਤੇ ਕੰਮ ਕਰਨ ਲੱਗ ਪਿਆ। ਸਮੁੰਦਰੀ ਯਾਤਰਾ ਦੌਰਾਨ ਉਹ ਦਿਸ਼ਾਵਾਂ ਅਤੇ ਦੂਰੀ ਦੱਸਣ ਵਾਲੇ ਯੰਤਰਾਂ ਦੀ ਵਰਤੋਂ ਕਰਦਾ ਅਤੇ ਰੁੱਤਾਂ ਨੂੰ ਸਮਝਣ ਬਾਰੇ ਜਾਣਕਾਰੀ ਲੈਂਦਾ ਸੀ। ਤਾਂ ਬੇਟੇ ਦੇਖੋ, ਉਹ ਹਮੇਸ਼ਾ ਹੀ ਭਾਰਤ ਆਉਣ ਦੇ ਸੁਪਨੇ ਦੇਖਦਾ ਸੀ। ਠੀਕ ਹੈ, ਉਹਦੇ ਮਨ 'ਚ ਸੀ ਕਿ ਮੈਂ ਭਾਰਤ ਜਾਵਾਂ। ਅਤੇ ਉਹ 14 ਸਾਲ ਦੀ ਉਮਰ ਸੀ ਉਹਦੀ। ਠੀਕ ਹੈ, 14 ਸਾਲ ਦੀ ਉਮਰ ਵਿੱਚ ਉਸਨੇ ਕੀ ਆ? ਪਹਿਲੀ ਵਾਰ ਸਮੁੰਦਰੀ ਯਾਤਰਾ ਕੀਤੀ। ਕਿੰਨੀ ਉਮਰ ਦੇ ਵਿੱਚ? 14 ਸਾਲ ਦੀ। ਠੀਕ ਹੈ, ਫਸਟ ਟਾਈਮ ਉਹਨੇ ਕੀ ਆ? ਸਮੁੰਦਰੀ ਯਾਤਰਾ ਕੀਤੀ। ਇਸ ਯਾਤਰਾ ਦੇ ਪਿੱਛੋਂ ਕੀ ਸੀ? ਉਸਦੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ। ਤਾਂ ਫਿਰ ਉਸਨੇ ਕੀ ਆ? ਜਹਾਜ਼ਾਂ ਦਾ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅਤੇ ਸਮੁੰਦਰੀ ਯਾਤਰਾ ਜਦੋਂ ਕਰਦਾ ਸੀ ਉਹ, ਠੀਕ ਹੈ, ਉਹਨੇ ਦਿਸ਼ਾਵਾਂ ਦੱਸਣ ਵਾਲੇ ਯੰਤਰਾਂ ਦੀ ਵਰਤੋਂ ਕਰਨੀ ਸ਼ੁਰੂ ਕਰਤੀ ਅਤੇ ਰੁੱਤਾਂ ਦੱਸਣ ਵਾਲੇ ਵੀ ਕਿੱਦਾਂ ਦਾ ਮੌਸਮ ਹੈ। ਠੀਕ ਹੈ, ਅਤੇ ਸਾਰੀਆਂ ਦਿਸ਼ਾਵਾਂ ਵੀ ਮਤਲਬ ਕਿਹੜੀ ਸਾਈਡ ਜਾਣਾ, ਕਿਹੜੀ ਸਾਈਡ। ਠੀਕ ਹੈ, ਇੱਦਾਂ। ਉਸ ਤੋਂ ਅੱਗੇ ਦੇਖੋ, ਇੱਕ ਦਿਨ ਜਹਾਜ਼ 'ਤੇ ਕੰਮ ਕਰਦੇ ਹੋਏ ਉਸ ਨੂੰ ਇੱਕ ਨਕਸ਼ਾ ਲੱਭਾ। ਇਸ ਤੋਂ ਇਹ ਪਤਾ ਲੱਗਾ
ਇਹ ਪਤਾ ਲੱਗਾ ਉਤਾਵਲਾ ਹੋ ਗਿਆ ਕਿ ਭਾਰਤ ਨੂੰ ਜਾਣ ਲਈ ਪੱਛਮ ਵੱਲੋਂ ਯਾਤਰਾ ਸ਼ੁਰੂ ਕਰਨੀ ਹੋਵੇਗੀ। ਉਹ ਭਾਰਤ ਜਾਣ ਵਾਸਤੇ ਉਤਾਵਲਾ ਹੋ ਗਿਆ, ਪਰ ਉਸ ਦੇ ਕੋਲ ਕੋਈ ਬੇੜਾ ਨਹੀਂ ਸੀ। ਉਹ ਪੁਰਤਗਾਲ ਦੇ ਰਾਜੇ ਕੋਲ ਆਪਣੀ ਇੱਕ ਯੋਜਨਾ ਲੈ ਕੇ ਗਿਆ ਅਤੇ ਉਸ ਤੋਂ ਮਦਦ ਮੰਗੀ। ਰਾਜੇ ਨੇ ਉਸ ਦੀ ਕੋਈ ਮਦਦ ਨਾ ਕੀਤੀ। ਫਿਰ ਉਹ ਸਪੇਨ ਚਲਾ ਗਿਆ। ਉਸ ਨੇ ਸਪੇਨ ਦੇ ਬਾਦਸ਼ਾਹ ਫਰਡੀਨੈਂਡ ਅਤੇ ਬੇਗਮ ਇਜ਼ਾਬੇਲਾ ਤੋਂ ਮਦਦ ਮੰਗੀ। ਸਪੇਨ ਦੀ ਰਾਣੀ ਨੂੰ ਕੋਲੰਬਸ ਦੀਆਂ ਗੱਲਾਂ ਵਿੱਚ ਵਿਸ਼ਵਾਸ ਦੀ ਝਲਕ ਵਿਖਾਈ ਦਿੱਤੀ। ਉਸ ਨੇ ਉਸ ਨੂੰ 3 ਜਹਾਜ਼ਾਂ ਦਾ ਬੇੜਾ ਅਤੇ 90 ਮਲਾਹ ਦਿੱਤੇ। ਤਾਂ ਦੇਖੋ ਬੇਟਾ, ਜਦੋਂ ਉਹ ਜਹਾਜ਼ 'ਤੇ ਕੰਮ ਕਰਦਾ ਸੀ, ਠੀਕ ਹੈ, ਜਹਾਜ਼ 'ਤੇ ਕੰਮ ਕਰਦੇ ਹੋਏ ਉਹਨੂੰ ਕਿਸੇ ਇੱਕ ਨਕਸ਼ਾ ਲੱਭਾ, ਠੀਕ ਹੈ, ਮੈਪ ਮਿਲਿਆ। ਇਸ ਤੋਂ ਮਤਲਬ ਉਹ ਜਦੋਂ ਉਹਨੂੰ ਪਤਾ ਲੱਗਿਆ ਤਾਂ ਉਹ ਕੀ ਹੈ, ਬਹੁਤ ਹੀ ਉਤਾਵਲਾ ਹੋ ਗਿਆ ਕਿ ਭਾਰਤ ਨੂੰ ਜਾਣ ਲਈ ਪੱਛਮ ਵੱਲੋਂ ਯਾਤਰਾ ਸ਼ੁਰੂ ਕਰਨੀ ਹੋਵੇਗੀ। ਠੀਕ ਹੈ, ਉਹਦੇ ਮਨ ਦੇ ਵਿੱਚ ਐਕਸਾਈਟਮੈਂਟ ਹੋ ਗਈ, ਮਤਲਬ ਉਹ ਕਾਹਲਾ ਪੈ ਗਿਆ, ਠੀਕ ਹੈ, ਵੀ ਮਤਲਬ ਮੈਂ ਹੁਣ ਜਲਦੀ ਜਾਵਾਂ। ਤਾਂ ਫਿਰ ਉਸ ਤੋਂ ਬਾਅਦ ਕੀ ਆ, ਉਹਨੂੰ ਕੀ ਆ, ਇੱਕ ਮਤਲਬ ਉਹ ਕਿੱਥੇ ਚਲਾ ਗਿਆ, ਇੱਕ ਪੁਰਤਗਾਲ ਦੇ ਰਾਜੇ ਦੇ ਕੋਲ, ਠੀਕ ਹੈ, ਆਪਣੀ ਯੋਜਨਾ ਲੈ ਕੇ, ਜੋ ਉਹਨੇ ਮਤਲਬ ਆਪਦੇ ਮਨ 'ਚ ਤਰਕੀਬ ਸੋਚੀ ਸੀ। ਪਰ ਉਹਨੇ ਉਸ ਰਾਜੇ ਨੇ ਉਸ ਦੀ ਕੋਈ ਮਦਦ ਨਾ ਕੀਤੀ, ਠੀਕ ਹੈ, ਉਸ ਦੀ ਕੋਈ ਵੀ ਸਹਾਇਤਾ ਨਾ ਕੀਤੀ। ਫਿਰ ਉਸ ਤੋਂ ਬਾਅਦ ਉਸ ਨੇ ਸਪੇਨ ਦੇ ਬਾਦਸ਼ਾਹ ਫਰਡੀਨੈਂਡ ਅਤੇ ਬੇਗਮ ਇਜ਼ਾਬੇਲਾ ਤੋਂ ਮਦਦ ਮੰਗੀ। ਕਿਸ ਦੇ? ਸਪੇਨ ਦੇ ਬਾਦਸ਼ਾਹ, ਠੀਕ ਹੈ, ਫਰਡੀਨੈਂਡ ਅਤੇ ਬੇਗਮ ਇਜ਼ਾਬੇਲਾ ਤੋਂ, ਠੀਕ ਹੈ, ਮਦਦ ਮੰਗੀ। ਫਿਰ ਕੀ ਸੀ, ਸਪੇਨ ਦੀ ਰਾਣੀ ਸੀ ਜਿਹੜੀ, ਉਹ ਕੀ ਹੈ, ਕੋਲੰਬਸ ਦੀਆਂ, ਉਹਨੂੰ ਮਤਲਬ ਲੱਗਦਾ ਸੀ ਕਿ ਕੋਲੰਬਸ ਦੇ ਵਿੱਚ ਕੋਈ ਗੱਲਬਾਤ ਹੈ, ਠੀਕ ਹੈ, ਉਹਨੂੰ ਮਤਲਬ ਉਹਦੇ ਵਿੱਚ ਵਿਸ਼ਵਾਸ ਦਿਖਾਈ ਦਿੱਤਾ, ਉਹਨੂੰ ਇਸਦਾ ਲੱਗਿਆ ਵੀ ਯਕੀਨ ਲੱਗਿਆ ਉਹਦੀਆਂ ਗੱਲਾਂ 'ਚ, ਠੀਕ ਹੈ। ਤਾਂ ਫਿਰ ਉਹਨੇ ਕੀ ਕੀਤਾ ਵੀ ਉਹਦੀ ਮਦਦ ਕੀਤੀ, ਠੀਕ ਹੈ, ਕੋਲੰਬਸ ਦੀ ਮਦਦ ਕੀਤੀ। ਤਾਂ ਉਹਨੇ ਕੀ ਮਦਦ ਕੀਤੀ ਸੀ, ਉਹਨੇ 3 ਜਹਾਜ਼ਾਂ ਦਾ ਬੇੜਾ ਅਤੇ 90 ਮਲਾਹ ਦਿੱਤੇ, ਠੀਕ ਹੈ, 3 ਜਹਾਜ਼ਾਂ ਦਾ ਬੇੜਾ ਅਤੇ 90 ਮਲਾਹ ਦਿੱਤੇ। ਉਸ ਤੋਂ ਅੱਗੇ ਦੇਖੋ, 3 ਅਗਸਤ 1492 ਨੂੰ ਉਹ ਭਾਰਤ ਦੀ ਖੋਜ ਲਈ ਚੱਲ ਪਿਆ। ਉਸ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। 15 ਦਿਨਾਂ ਦੇ ਸਫ਼ਰ ਤੋਂ ਪਿੱਛੋਂ ਵੀ ਉਸ ਨੂੰ ਧਰਤੀ ਦਾ ਕੋਈ ਨਿਸ਼ਾਨ ਨਾ ਮਿਲਿਆ। ਉਸ ਦੇ ਸਾਥੀ ਲਗਾਤਾਰ ਪਾਣੀ ਵਿੱਚ ਰਹਿਣ ਕਰਕੇ ਅੱਕ ਗਏ ਸਨ। ਹੁਣ ਹੋਰ ਸਫ਼ਰ ਨਹੀਂ ਕਰਨਾ ਚਾਹੁੰਦੇ ਸਨ। ਉਹਨਾਂ ਨੇ ਕੋਲੰਬਸ ਦਾ ਵਿਰੋਧ ਕੀਤਾ, ਪਰ ਕੋਲੰਬਸ ਨੇ ਹੌਸਲਾ ਨਾ ਹਾਰਿਆ ਅਤੇ ਸਫ਼ਰ ਜਾਰੀ ਰੱਖਿਆ। ਤਾਂ ਦੇਖੋ ਬੇਟਾ, 3 ਅਗਸਤ 1492 ਨੂੰ, ਠੀਕ ਹੈ, 3 ਅਗਸਤ 1492 ਨੂੰ ਉਹ ਕੀ ਆ, ਭਾਰਤ ਦੀ ਖੋਜ ਲਈ ਚੱਲ ਪਿਆ, ਠੀਕ ਹੈ। ਉਸ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ, ਕਈ ਮੁਸ਼ਕਲਾਂ ਆਈਆਂ, ਠੀਕ ਹੈ, ਕਈ ਔਕੜਾਂ ਆਈਆਂ ਰਸਤੇ ਦੇ ਵਿੱਚ, ਪਰ ਕੀ ਸੀ, 15 ਦਿਨਾਂ ਦੇ ਸਫ਼ਰ ਤੋਂ ਪਿੱਛੋਂ ਕੀ ਆ, ਉਸ ਨੂੰ ਧਰਤੀ ਦਾ ਕੋਈ ਵੀ ਨਿਸ਼ਾਨ ਨਾ ਮਿਲਿਆ, ਠੀਕ ਹੈ। ਇੰਨਾ ਸਫ਼ਰ ਕਰਨ ਦੇ ਬਾਅਦ ਵੀ 15 ਦਿਨ ਦਾ, ਫਿਰ ਵੀ ਉਹਨੂੰ ਧਰਤੀ ਦਾ ਕੋਈ ਨਿਸ਼ਾਨ ਨਾ ਮਿਲਿਆ। ਤਾਂ ਜੋ ਉਸਦੇ ਸਾਥੀ ਸੀ ਉਹ ਕੀ ਸੀ, ਅੱਕ ਗਏ ਸੀ, ਠੀਕ ਹੈ, ਮਤਲਬ ਉਹਨਾਂ ਦਾ ਮਨ ਭਰ ਗਿਆ ਸੀਗਾ ਵੀ ਉਹ ਇੱਕ ਹੀ ਕੰਮ ਕਰਦੇ ਸੀਗੇ, ਸਮੁੰਦਰ ਦੇ ਵਿੱਚ ਜਾਣਾ ਆਉਣਾ, ਠੀਕ ਹੈ, ਸਫ਼ਰ ਕਰਦੇ ਸੀ, ਤਾਂ ਉਹਨਾਂ ਦਾ ਮਨ ਕੀ ਸੀ, ਅੱਕ ਗਿਆ ਸੀ, ਠੀਕ ਹੈ। ਤਾਂ ਉਹ ਕੀ ਸੀ, ਹੁਣ ਹੋਰ ਸਫ਼ਰ ਨਹੀਂ ਸੀ ਕਰਨਾ ਚਾਹੁੰਦੇ। ਉਹਨਾਂ ਨੇ ਕੋਲੰਬਸ ਦਾ ਵਿਰੋਧ ਕੀਤਾ, ਪਰ ਕੋਲੰਬਸ ਨੇ ਕੀ ਆ, ਹੌਸਲਾ ਨਾ ਹਾਰਿਆ, ਠੀਕ ਹੈ। ਉਹਨੇ ਮਤਲਬ ਉਹਦਾ ਮਨ ਦੇ ਵਿੱਚ ਉਤਸ਼ਾਹ ਹੀ ਸੀਗਾ, ਠੀਕ ਹੈ, ਪਰ ਉਹਨੇ ਕੀ ਆ, ਉਹਨਾਂ ਨੇ ਵਿਰੋਧ ਕੀਤਾ ਸੀ ਉਸਦਾ, ਪਰ ਉਹਦੇ ਮਨ 'ਚ ਕੀ ਸੀ ਵੀ ਉਹਦੇ ਮਨ 'ਚ ਸੀ ਇੱਛਾ ਵੀ ਮੈਂ ਭਾਰਤ ਨੂੰ ਲੱਭਣਾ ਹੈ, ਠੀਕ ਹੈ। ਉਹਨੇ ਹੌਸਲਾ ਨਹੀਂ ਛੱਡਿਆ ਆਪਣਾ। ਕਾਫੀ ਦਿਨ ਸਫ਼ਰ ਕਰਨ ਤੋਂ ਬਾਅਦ ਉਹਨਾਂ ਨੇ ਕੁਝ ਪੰਛੀ ਉੱਡਦੇ ਵੇਖੇ। ਉਹਨਾਂ ਨੂੰ ਕੁਝ ਆਸ ਹੋ ਗਈ ਕਿ ਉਹ ਜਲਦੀ ਹੀ ਭਾਰਤ ਦੀ ਧਰਤੀ 'ਤੇ ਪਹੁੰਚ ਜਾਣਗੇ, ਪਰ ਕਈ ਦਿਨ ਸਫ਼ਰ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਕਿਨਾਰਾ ਨਾ ਲੱਭਾ। ਉਸ ਦੇ ਸਾਥੀ ਬਿਲਕੁਲ ਨਿਰਾਸ਼ ਹੋ ਚੁੱਕੇ ਸਨ। ਕੋਲੰਬਸ ਨੇ ਉਹਨਾਂ ਨੂੰ ਹੌਸਲਾ ਦਿੱਤਾ ਅਤੇ ਕਿਹਾ ਕਿ ਜੇਕਰ ਧਰਤੀ ਨਜ਼ਰ ਨਾ ਆਈ ਤਾਂ ਮੈਂ ਵਾਪਸ ਮੁੜ ਜਾਵਾਂਗਾ, ਠੀਕ ਹੈ। ਤਾਂ ਬੇਟਾ ਉਸ ਤੋਂ ਬਾਅਦ ਕੀ ਸੀ, ਕਾਫੀ ਦਿਨ ਸਫ਼ਰ ਕਰਨ ਤੋਂ ਬਾਅਦ ਕੀ ਉਹਨਾਂ ਨੇ ਕੁਝ ਪੰਛੀ ਉੱਡਦੇ ਵੇਖੇ, ਤਾਂ ਉਹਨਾਂ ਨੂੰ ਇੱਕ ਆਸ ਵੱਜ ਗਈ ਸੀ ਮਨ 'ਚ ਕਿ ਹੁਣ ਅਸੀਂ ਕੀ ਆ, ਭਾਰਤ ਦੀ ਧਰਤੀ 'ਤੇ ਪਹੁੰਚ ਜਾਵਾਂਗੇ। ਪਰ ਉਹ ਵੀ ਕਈ ਦਿਨ ਦਾ ਸਫ਼ਰ ਕਰਨ ਤੋਂ ਬਾਅਦ ਕੀ ਆ, ਉਹਨਾਂ ਨੂੰ ਕੋਈ ਵੀ ਕਿਨਾਰਾ ਨਾ ਮਿਲਿਆ, ਤਾਂ ਉਹ ਨਿਰਾਸ਼ ਹੋ ਗਏ, ਠੀਕ ਹੈ। ਪਰ ਕੋਲੰਬਸ ਨੇ ਉਹਨਾਂ ਨੂੰ ਹੌਸਲਾ ਦਿੱਤਾ, ਠੀਕ ਹੈ, ਕਹਿੰਦਾ ਵੀ ਮਤਲਬ ਜੇਕਰ ਮੈਨੂੰ ਉਹ ਧਰਤੀ ਨਜ਼ਰ ਨਾ ਆਈ, ਨਾ ਦਿਖੀ, ਨਾ ਮਿਲੀ, ਤਾਂ ਮੈਂ ਕੀ ਆ, ਵਾਪਸ ਮੁੜ ਜਾਵਾਂਗਾ, ਠੀਕ ਹੈ, ਆਪਾਂ ਵਾਪਸ ਚਲੇ ਜਾਵਾਂਗੇ। ਉਸ ਤੋਂ ਅੱਗੇ ਦੇਖੋ, ਕੋਲੰਬਸ ਦੇ ਸਾਰੇ ਸਾਥੀ ਉਸ ਨਾਲ ਸਹਿਮਤ ਹੋ ਗਏ। ਅਚਾਨਕ ਉਹਨਾਂ ਨੂੰ ਇੱਕ ਹਰੀ ਟਹਿਣੀ ਵਿਖਾਈ ਦਿੱਤੀ। ਹੁਣ ਉਹਨਾਂ ਨੂੰ ਭਰੋਸਾ ਹੋ ਗਿਆ ਕਿ ਧਰਤੀ ਨੇੜੇ ਹੀ ਹੈ। ਅਗਲੀ ਸਵੇਰ ਉਹਨਾਂ ਨੂੰ ਧਰਤੀ ਵਿਖਾਈ ਦਿੱਤੀ। ਉਹਨਾਂ ਸਾਰਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਹਨਾਂ ਨੇ ਉਸ ਧਰਤੀ 'ਤੇ ਕੁਝ ਆਦਮੀ ਵੇਖੇ ਜਿਨ੍ਹਾਂ ਨੂੰ ਰੈੱਡ ਇੰਡੀਅਨ ਕਿਹਾ ਜਾਂਦਾ ਸੀ। ਇਹ ਭਾਰਤ ਦੇਸ਼ ਨਹੀਂ ਸੀ, ਸਗੋਂ ਮੱਧ ਅਮਰੀਕਾ ਦੇ ਪੂਰਬੀ ਕੰਢੇ ਉੱਤੇ ਵਸਿਆ ਇੱਕ ਟਾਪੂ ਸੀ, ਠੀਕ ਹੈ, ਜੋ ਗੁਆਨਾਜ਼ਰ ਸੀ, ਠੀਕ ਹੈ। ਉੱਥੇ ਕੁਝ
ਦਿਨ ਠਹਿਰਨ ਪਿੱਛੋਂ ਉਹ ਵਾਪਸ ਸਪੇਨ ਪਰਤ ਗਏ। ਵਾਪਸ ਆਉਣ 'ਤੇ ਸਪੇਨ ਦੇ ਸ਼ਾਸਕ ਨੇ ਕੋਲੰਬਸ ਦਾ ਨਿੱਘਾ ਸਵਾਗਤ ਕੀਤਾ। ਤਾਂ ਉਸ ਤੋਂ ਬਾਅਦ ਦੇਖੋ ਬੇਟਾ, ਕੋਲੰਬਸ ਦੇ ਜਿਹੜੇ ਸਾਥੀ ਸੀਗੇ, ਠੀਕ ਹੈ, ਉਹਦੇ ਨਾਲ ਸਹਿਮਤ ਹੋ ਗਏ ਵੀ ਮਤਲਬ ਜੇ ਆਪਾਂ ਨੂੰ ਧਰਤੀ ਨਾ ਮਿਲੀ ਤਾਂ ਆਪਾਂ ਕੀ ਵਾਪਸ ਮੁੜ ਜਾਵਾਂਗੇ। ਪਰ ਅਚਾਨਕ ਹੀ ਉਹਨਾਂ ਨੂੰ ਕੀ ਇੱਕ ਹਰੀ ਟਹਿਣੀ ਵਿਖਾਈ ਦਿੱਤੀ, ਠੀਕ ਹੈ, ਹਰੇ ਰੰਗ ਦੀ ਮਤਲਬ ਦਰਖਤ ਦੀ ਕੋਈ ਟਾਹਣੀ ਦਿਖਾਈ ਦਿੱਤੀ। ਫਿਰ ਉਹਨਾਂ ਨੂੰ ਭਰੋਸਾ ਹੋ ਗਿਆ ਕਿ ਧਰਤੀ ਕੀ ਆ ਨੇੜੇ ਹੀ, ਉਹਨਾਂ ਦੇ ਮਨ 'ਚ ਯਕੀਨ ਵੱਜ ਗਿਆ, ਵਿਸ਼ਵਾਸ। ਅਗਲੀ ਸਵੇਰ ਜਦੋਂ ਉਹਨਾਂ ਨੇ ਧਰਤੀ ਵੇਖੀ ਤਾਂ ਉਹਨਾਂ ਦੀ ਸਾਰਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ, ਮਤਲਬ ਕਿ ਉਹ ਬਹੁਤ ਖੁਸ਼ ਹੋਏ, ਠੀਕ ਹੈ। ਤਾਂ ਉਹਨਾਂ ਨੇ ਉਸ ਧਰਤੀ 'ਤੇ ਕੁਝ ਆਦਮੀ ਵੀ ਵੇਖੇ ਜਿਨ੍ਹਾਂ ਨੂੰ ਕੀ ਆ ਰੈੱਡ ਇੰਡੀਅਨ ਕਿਹਾ ਜਾਂਦਾ ਸੀਗਾ, ਠੀਕ ਹੈ, ਰੈੱਡ ਇੰਡੀਅਨ। ਇਹ ਭਾਰਤ ਦੇਸ਼ ਨਹੀਂ ਸੀ, ਪਰ ਇਹ ਕੀ ਸੀ, ਭਾਰਤ ਦੇਸ਼ ਨਹੀਂ ਸੀ, ਸਗੋਂ ਮੱਧ ਅਮਰੀਕਾ ਦੇ ਪੂਰਬੀ ਕੰਢੇ ਉੱਤੇ ਵਸਿਆ ਇੱਕ ਟਾਪੂ ਸੀ, ਠੀਕ ਹੈ। ਮੱਧ ਅਮਰੀਕਾ ਦੇ ਪੂਰਬੀ ਕੰਢੇ ਉੱਤੇ ਵਸਿਆ ਇੱਕ ਟਾਪੂ ਸੀ, ਅਮਰੀਕਾ ਦੇ ਵਿੱਚ ਹੀ ਸੀ ਉਹ। ਤਾਂ ਉਹ ਕੀ ਸੀ, ਮੱਧ ਅਮਰੀਕਾ ਦੇ ਪੂਰਬੀ ਕੰਢੇ ਦੇ ਉੱਪਰ ਸੀਗਾ, ਠੀਕ ਹੈ। ਉੱਥੇ ਕੁਝ ਦਿਨ ਠਹਿਰਨ ਪਿੱਛੋਂ ਉਹ ਵਾਪਸ ਸਪੇਨ ਪਰਤ ਗਏ। ਫਿਰ ਉਹ ਕਿਸੇ ਵਾਪਸ ਹੀ ਚਲੇ ਗਿਆ ਸਪੇਨ, ਠੀਕ ਹੈ। ਵਾਪਸ ਆਉਣ 'ਤੇ ਸਪੇਨ ਦੇ ਸ਼ਾਸਕ ਨੇ ਕੋਲੰਬਸ ਦਾ ਨਿੱਘਾ ਸਵਾਗਤ ਕੀਤਾ, ਠੀਕ ਹੈ। ਫਿਰ ਜਿਹੜਾ ਕੋਲੰਬਸ ਦਾ ਸਪੇਨ ਦਾ ਸ਼ਾਸਕ ਸੀ ਉਹਨੇ ਕੀਆ ਕੋਲੰਬਸ ਦਾ ਸਵਾਗਤ ਕੀਤਾ, ਵੈਲਕਮ ਕੀਤਾ, ਠੀਕ ਹੈ, ਜੀ ਆਇਆਂ ਨੂੰ ਕਿਹਾ। ਉਸ ਤੋਂ ਅੱਗੇ ਸਿੱਖਿਆ ਦੇਖੋ ਬੇਟਾ, ਇਸ ਪਾਠ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਤੁਰਿਆ ਬੰਦਾ ਕਿਤੇ ਨਾ ਕਿਤੇ ਜ਼ਰੂਰ ਪਹੁੰਚਦਾ ਹੈ, ਭਾਵ ਮਿਹਨਤ ਕਦੇ ਵੀ ਅਸਫਲ ਨਹੀਂ ਹੁੰਦੀ। ਤਾਂ ਬੇਟੇ ਕਦੇ ਵੀ ਆਪਣਾ ਮਤਲਬ ਹਿੰਮਤ ਨਹੀਂ ਛੱਡਣੀ ਚਾਹੀਦੀ, ਠੀਕ ਹੈ, ਹੌਸਲਾ ਨਹੀਂ ਹਾਰਨਾ ਚਾਹੀਦਾ, ਆਪਣੇ ਕੰਮ ਨੂੰ ਕੰਟੀਨਿਊ ਲਗਾਤਾਰ ਜਾਰੀ ਰੱਖਣਾ ਚਾਹੀਦਾ, ਕਦੇ ਤਾਂ ਆਪਾਂ ਨੂੰ ਸਫਲਤਾ ਮਿਲਦੀ ਹੈ। ਤਾਂ ਇਸ ਤਰ੍ਹਾਂ ਹੀ ਬੇਟਾ ਕੋਲੰਬਸ ਨੇ ਕੀਤਾ ਸੀ, ਠੀਕ ਹੈ। ਤਾਂ ਬੇਟਾ ਉਸ ਤੋਂ ਅੱਗੇ ਇਸ ਦੇ ਵਰਡ ਮੀਨਿੰਗ ਹੈ ਜੋ ਉਹ ਤੁਸੀਂ ਆਪਣੀ ਫੇਅਰ ਨੋਟਬੁੱਕ ਦੇ ਉੱਪਰ ਰਾਈਟ ਕਰਨੇ ਆ, ਜੋ ਮੈਂ ਟਿਕ ਕਰਾਂਗੀ ਉਹੀ ਵਰਡ ਮੀਨਿੰਗ ਤੁਸੀਂ ਰਾਈਟ ਕਰੋਗੇ। ਤਾਕਤ, ਠੀਕ ਹੈ, ਤਾਕਤ ਕੀ ਹੁੰਦਾ, ਸ਼ਕਤੀ। ਯਾਤਰਾ, ਸਫ਼ਰ। ਨਿਡਰ, ਜੋ ਡਰਦਾ ਨਾ ਹੋਵੇ, ਠੀਕ ਹੈ। ਮਲਾਹ, ਮਲਾਹ ਕੌਣ ਹੁੰਦਾ, ਜਹਾਜ਼ ਚਲਾਉਣ ਵਾਲਾ, ਠੀਕ ਹੈ। ਸੋਨੇ ਦੀ ਚਿੜੀ ਕੀ ਹੁੰਦਾ, ਬਹੁਤ ਅਮੀਰ ਦੇਸ਼, ਠੀਕ ਹੈ। ਸੋਨੇ ਦੀ ਚਿੜੀ ਕੀ ਹੁੰਦਾ, ਬਹੁਤ ਅਮੀਰ। ਰੁੱਤ, ਮੌਸਮ। ਉਤਾਵਲਾ ਹੋਣਾ, ਕਾਹਲਾ ਪੈਣਾ। ਮਦਦ, ਸਹਾਇਤਾ। ਬੇਗਮ, ਰਾਣੀ। ਵਿਸ਼ਵਾਸ, ਯਕੀਨ। ਮੁਸੀਬਤ, ਔਕੜ। ਹੌਸਲਾ, ਉਤਸ਼ਾਹ। ਖੁਸ਼ੀ ਦਾ ਟਿਕਾਣਾ ਨਾ ਰਹਿਣਾ, ਬਹੁਤ ਖੁਸ਼ੀ ਹੋਣਾ। ਪਰਤ ਗਏ ਮਤਲਬ ਵਾਪਸ ਆ ਗਏ, ਠੀਕ ਹੈ। ਸ਼ਾਸਕ ਹੁੰਦਾ ਰਾਜ ਕਰਨ ਵਾਲਾ, ਠੀਕ ਹੈ, ਰਾਜਾ। ਸਵਾਗਤ, ਜੀ ਆਇਆ ਆਖਣਾ। ਤਾਂ ਬੇਟਾ ਇਹ ਜੋ ਵਰਡ ਮੀਨਿੰਗ ਹੈ ਇਹ ਤੁਸੀਂ ਆਪਣੀ ਫੇਅਰ ਨੋਟਬੁੱਕ ਦੇ ਉੱਪਰ ਰਾਈਟ ਕਰੋਗੇ। ਓਕੇ ਬੇਟਾ, ਥੈਂਕ ਯੂ, ਹੈਵ ਅ ਨਾਈਸ ਡੇ।